सुजानपुर हलके के गांव में पड़ती पायनियर इंडस्ट्री से निकलने वाला जहरीला धुआं लोगों का जीना मुश्किल कर रहा है। इलाका निवासियों की माने तो इसमें से कई बीमारियां फैल रही हैं और लोगों का जीना मुश्किल हो गया है। स्थानीय निवासियों ने बताया कि उनके पास आरटीआई की कॉपी पड़ी है जिसमें ये लिखा गया है कि सरकार की ओर से इस इंडस्ट्री एरिया में स्मॉल इंडस्ट्री और प्रदूषण रहित फैक्ट्री लगाने की बात कही गई थी, परंतु पायनियर फैक्ट्री वालों की ओर से पहले तो किसानों की जमीन हड़प ली गई और उसके बाद उनको पैसे भी नहीं दिए गए और अब लोगों के सिर में राख डाली जा रही है। उन्होंने कहा कि अंग्रेजों की गुलामी के बाद ये फैक्ट्रियों की गुलामी लोग झेल रहे हैं। उन्होंने कहा कि उनको सरकार के ऊपर से भरोसा उठ चुका है क्योंकि सरकार कोई भी कार्रवाई नहीं करती। उन्होंने ये भी कहा कि प्रदूषण विभाग जब भी आता है तो खानापूर्ति कर चला जाता है, कोई भी कार्रवाई नहीं करता। इसलिए उन्होंने कहा कि समस्या का समाधान कभी भी नहीं हो सकता। उधर जब इस संबंधी फैक्ट्री के अधिकारी कमलेश्वर भट्ट से बात की गई तो उन्होंने कहा कि ये जो लोग फैक्ट्री के विरोध में बोल रहे हैं वह एक राजनीतिक प्रोपेगेंडा है। उनकी फैक्ट्री बड़ा प्रोजेक्ट है जिसकी हर महीने चेकिंग होती है। अगर किसी को उनकी फैक्ट्री से कोई शिकायत है तो उनकी फैक्ट्री सदैव खुली रहती है, कोई भी आकर चेकिंग कर सकता है। ये जो आरोप उनके ऊपर लगाए जा रहे हैं बेबुनियादी हैं। शराब फैक्ट्री मुर्दाबाद मुर्दाबाद मुर्दाबाद। शराब फैक्ट्री मुर्दाबाद 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 मुर्दाबाद। पठानकोट प्रशासन मुर्दाबाद मुर्दाबाद मुर्दाबाद। इंडस्ट्री डिपार्टमेंट मुर्दाबाद मुर्दाबाद मुर्दाबाद। शराब फैक्ट्री मुर्दाबाद मुर्दाबाद मुर्दाबाद। प्रदूषण डिपार्टमेंट मुर्दाबाद मुर्दाबाद। प्रदूषण डिपार्टमेंट मुर्दाबाद मुर्दाबाद मुर्दाबाद। जिला प्रशासन मुर्दाबाद मुर्दाबाद मुर्दाबाद। जिला प्रशासन मुर्दाबाद मुर्दाबाद मुर्दाबाद। ਕੀ ਨਾਂ ਹੈ ਜੀ ਤੁਹਾਡਾ? ਮੇਰਾ ਨਾਮ ਜਸਵੰਤ ਸਿੰਘ ਰਾਣੀਪੁਰ ਜੀ। ਕੀ ਕਹਿਣਾ ਜਸਵੰਤ ਜੀ, ਕਿਹੜੀਆਂ ਮੁਸ਼ਕਲਾਂ ਆ ਰਹੀਆਂ ਔਰ ਕਿਸ ਕਰਕੇ ਆ ਰਹੀਆਂ ਹੈਗੀਆਂ? ਦੇਖੋ ਜੀ, ਮੁਸ਼ਕਲਾਂ ਤਕਰੀਬਨ ਅਸੀਂ ਪ੍ਰਸ਼ਾਸਨ ਨੂੰ ਦੱਸ ਕੇ ਥੱਕ ਚੁੱਕੇ ਹਾਂ, ਪਰ ਸਾਨੂੰ ਬਾਰ-ਬਾਰ ਇਹ ਗੱਲ ਦੱਸਣੀ ਪੈਂਦੀ ਹੈ ਕਿ ਸਾਡੇ ਲਾਗੇ ਇੱਕ ਸ਼ਰਾਬ ਫੈਕਟਰੀ ਲੱਗੀ ਹੈ। ਇਹਦੀ ਬੜੀ ਵਾਰੀ ਕੰਪਲੇਨ ਕਰ ਚੁੱਕੇ ਹਾਂ। ਸਾਡੇ ਲੋਕਾਂ ਦਾ ਜਿਹੜਾ ਨਾ ਬਹੁਤ ਜੀਣਾ ਹਰਾਮ ਹੈ ਜੀ। ਇੱਕ ਤੇ ਇਹਨਾਂ ਦੀ ਜਿਹੜੀ ਸਮੈਲ ਜਦੋਂ ਛੱਡਦੇ ਆ ਉਹ ਬੜੀ ਮਾੜੀ ਆ। ਦੂਜੀ ਗੱਲ ਹੈ ਜਦੋਂ ਆਵਾਜ਼ ਕੋਈ ਛੱਡਦੇ ਆ ਬੱਚਿਆਂ ਦਾ ਦਿਲ ਡਰ ਜਾਂਦਾ। ਤੀਜੀ ਇਹ ਹੈ ਵੀ ਸਾਡੀ ਜਿਹੜੇ ਰਾਖ ਛੱਡਦੇ ਆ ਉੱਥੋਂ ਉਹ ਸਾਡੇ ਖਾਣੇ ਔਰ ਪਾਣੀ ਦੇ ਵਿੱਚ ਜਿਹੜੀ ਮਿਕਸ ਹੁੰਦੀ ਹੈ ਉਹ ਬੱਚਿਆਂ ਨੂੰ ਜਿਹੜੀ ਉਹ ਬਿਮਾਰੀ ਆ ਸਿਆਣੇ ਨੂੰ ਤਿਆਰ ਹੋਣ ਦੀ ਹੈ। ਹੋਰ ਲੋਕਾਂ ਦਾ ਬੜਾ ਜੀਣਾ ਹਰਾਮ ਹੋਣ ਡਿਆ ਜੀ। ਅਸੀਂ ਬੜੀ ਵਾਰੀ ਕੰਪਲੇਨ ਕਰ ਚੁੱਕੇ ਹਾਂ ਕਿਉਂਕਿ ਜਾਂ ਤੇ ਪ੍ਰਸ਼ਾਸਨ ਨੂੰ ਕੋਈ ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਦੀ ਤੇ ਜਾਂ ਤੇ ਰਾਜਨੀਤਿਕ ਲੋਕਾਂ ਨੂੰ ਇਹ ਲੋਕ ਨਹੀਂ ਲੱਭਣ ਡੇ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ 2-4 ਦਿਨ ਦੇ ਵਿੱਚ ਹਰ ਇੱਕ ਰਾਜਨੀਤਿਕ ਨੇ ਪਿੰਡ ਦੇ ਵਿੱਚ ਆਉਣਾ ਹੈ। ਔਰ ਉਹਨੂੰ ਇਹ ਗੱਲ ਪੁੱਛਾਂਗੇ ਵੀ ਇਹ ਦੱਸੋ ਵੀ ਤੁਹਾਡੀ ਹੱਥ ਭਾਈ ਹੈ ਵਿੱਚ ਕਿ ਨਹੀਂ, ਕਿੰਨੀ ਵਾਰੀ ਕੰਪਲੇਨ ਕਰ ਚੁੱਕੇ ਹਾਂ। ਹੋਰ ਇੱਕ ਮੈਂ ਪ੍ਰਸ਼ਾਸਨ ਨੂੰ ਗੱਲ ਦੱਸ ਦੇਣਾ ਕਿ ਅਸੀਂ ਬੜੀ ਵਾਰੀ ਕੰਪਲੇਨ ਚੁੱਕੇ ਹਾਂ। ਇਹ ਲਾਸਟ ਵਾਰੀ ਕੰਪਲੇਨ ਜਿਹੜੀ ਡੀਸੀ ਸਾਹਿਬ ਨੂੰ ਦਿਆਂਗੇ ਪਿੰਡ ਵੱਲੋਂ। ਹੋਰ ਨਾਲ ਲੱਗਦੇ ਪਿੰਡ ਮੈਰਾ, ਅਖਵਾਨਾ, ਝਜੇਲੀ, ਲੇੜ, ਜੈਣੀ, ਰਾਣੀਪੁਰ, ਇਹ ਸਾਰਿਆਂ ਦਾ ਇੰਨਾ ਕੁ ਜੀਣਾ ਹਰਾਮ ਹੋ ਗਿਆ। ਤੁਹਾਨੂੰ ਤਕਰੀਬਨ ਤੁਸੀਂ ਆਪਣਾ ਕੈਮਰਾ ਮਾਰ ਕੇ ਦੇਖ ਲਿਓ ਸਾਡੇ ਲੋਕਾਂ ਦਾ ਕਿੰਨਾ ਜੀਣਾ ਹਰਾਮ ਇਹਨੇ ਰਾਖ ਨੇ ਕੀਤਾ। ਔਰ ਬੱਚਿਆਂ ਨੂੰ ਕਿੰਨੀ, ਜਿੱਥੇ ਅੱਜ ਆਪਾਂ ਖੜੇ ਹਾਂ ਜਿਸ ਘਰ ਦੇ ਵਿੱਚ ਤਕਰੀਬਨ ਇਹਨਾਂ ਦੇ ਪਰਿਵਾਰ ਦੀਆਂ ਜਿਹੜੀਆਂ ਪ੍ਰਦੂਸ਼ਣ ਦੇ ਕਾਰਨ ਰਾਖ ਦੇ ਕਾਰਨ 4 ਮੌਤਾਂ ਹੋ ਚੁੱਕੀਆਂ ਨੇ। ਹੋਰ ਇਹਦਾ ਜ਼ਿੰਮੇਵਾਰ ਕੌਣ ਹੋਏਗਾ? ਪ੍ਰਸ਼ਾਸਨ ਹੋਏਗਾ ਕਿ ਜਾਂ ਫੈਕਟਰੀ ਹੋਏਗੀ? ਹੋਰ ਅਸੀਂ ਆਪਣੇ ਲੋਕਾਂ ਨੂੰ ਬਚਾਉਣ ਵਾਸਤੇ ਦਿਨ ਰਾਤ ਸਾਨੂੰ ਜੋ ਕਰਨੇ ਪਿਆ ਅਸੀਂ ਕਰਾਂਗੇ। ਹੋਰ ਮੈਂ ਪ੍ਰਸ਼ਾਸਨ ਨੂੰ 4-5 ਦਿਨ ਦਾ ਟਾਈਮ ਦੇਣਾ। ਜੇ 5 ਦਿਨ ਦੇ ਵਿੱਚ ਇਹਨਾਂ ਨੇ ਕੁਝ ਨਹੀਂ ਕੀਤਾ, ਆਉਣ ਵਾਲੇ ਦਿਨਾਂ ਵਿੱਚ ਪਿੰਡਾਂ ਦੇ ਪਿੰਡ ਇਕੱਠੇ ਕਰਕੇ ਫੈਕਟਰੀ ਨੂੰ ਤਾਲਾ ਲਾਵਾਂਗੇ ਜੀ। ਕੀ ਮੁਸ਼ਕਲਾਂ ਆ ਰਹੀਆਂ ਤੁਹਾਨੂੰ? ਮੁਸ਼ਕਲਾਂ ਇੱਥੇ ਜੀ ਆ ਜਿਹੜੇ ਫੈਕਟਰੀ ਲੱਗੀ ਹੈ ਇਹਦੀ ਸਾਨੂੰ ਰਾਖ ਦੀ ਜਿਹੜੀ ਇਹਦੀ ਬਹੁਤ ਪ੍ਰੋਬਲਮ ਆ ਰਹੀ ਹੈ। ਬੋਇਲਰ ਦੀ ਆਵਾਜ਼ ਛੱਡਦੇ ਨੇ ਰਾਤ ਦਿੰਦੇ ਨੇ ਸਨੇਰੇ, ਕਰੀਬਨ ਰੋਜ਼ ਹੀ ਅੱਧਾ ਪੌਣਾ ਘੰਟਾ ਛੱਡਦੇ ਨੇ। ਔਰ ਜਦੋਂ ਬਰਸਾਤ ਹੁੰਦੀ ਆ ਉਦੋਂ ਦਾ ਕੋਈ ਹੱਦ ਨਹੀਂ ਰਹਿ ਜਾਂਦੀ। ਔਰ ਇੰਨੀ ਆਵਾਜ਼ ਅਸੀਂ ਬੱਚੇ ਵੀ ਸੁੱਤੇ ਹੋਏ ਉੱਠ ਜਾਂਦੇ ਨੇ, ਬੰਦੇ ਨੂੰ ਪ੍ਰੋਬਲਮ ਆਉਂਦੀ ਹੈ। ਮੋਬਾਈਲ ਦੀ ਕਿਸੇ ਦੀ ਅਸੀਂ ਗੱਲ ਨਹੀਂ ਕੋਈ ਸੁਣ ਸਕਦੇ। ਦਿਨ ਵੇਲੇ ਅਸੀਂ ਬਾਹਰ ਰਹਿ ਕੇ ਕੋਈ ਖਾਣਾ ਨਹੀਂ ਖਾ ਸਕਦੇ, ਪਾਣੀ ਨਹੀਂ, ਚਾਹ ਨਹੀਂ ਪੀ ਸਕਦੇ। ਜੇ ਕੋਈ ਸਾਡੇ ਕੋਈ ਰਿਸ਼ਤੇਦਾਰ ਦੂਰੋਂ ਆ ਜਾਂਦੇ ਨੇ ਤੇ ਉਹ ਵੀ ਬਿਮਾਰੀਆਂ ਕਿਹੜੀ ਰਾਖ ਤੋਂ ਹੋ ਰਹੀਆਂ? ਹਾਂ, ਬਿਮਾਰੀਆਂ ਜੀ ਇਹਦੇ 'ਚੋਂ ਸਕਿਨ ਦੀ ਬਿਮਾਰੀ ਹੋ ਰਹੀ ਹੈ, ਸਾਹ ਦੀ ਦਮੇ ਦੀ ਬਿਮਾਰੀ ਹੋ ਰਹੀ ਹੈ। ਸਾਡੇ ਪਿੰਡ 'ਚ 4 ਮੌਤਾਂ ਹੁਣ 5-6 ਮਹੀਨੇ ਦੇ ਵਿੱਚ ਹੋ ਗਈਆਂ ਨੇ ਤੇ ਗਾਂ ਵੀ ਕਈਆਂ ਨੂੰ ਮਤਲਬ ਇਲਾਜ ਨਹੀਂ ਹੋ ਰਿਹਾ। ਗਾਂ ਤੋਂ ਗਾਂ ਡਾਕਟਰਾਂ ਕੋਲ ਜਾਂਦਾ ਹੈ। ਮਾੜਾ ਇਲਾਕਾ ਹੈ, ਜਿੰਨੇ ਕੁ ਪੈਸੇ ਕਮਾਉਂਦੇ ਨੇ ਅੱਧੇ ਡਾਕਟਰਾਂ ਨੂੰ ਹੀ ਦਿੱਤੇ ਜਾਂਦੇ ਨੇ। ਉਦਯੋਗ ਜਦੋਂ ਇਲਾਕੇ 'ਚ ਲੱਗਦੇ ਨੇ ਤੇ ਲੋਕ ਖੁਸ਼ ਹੁੰਦੇ ਨੇ, ਖੁਸ਼ਹਾਲੀ ਹੁੰਦੀ ਹੈ ਵੀ ਇਲਾਕੇ ਦੀ ਕੋਈ ਡਿਵੈਲਪਮੈਂਟ ਹੋਏਗੀ। ਡਿਵੈਲਪਮੈਂਟ ਹੋਣ ਦੀ ਬਜਾਏ ਇਹਨੇ 5-7 ਪਿੰਡਾਂ ਦੇ ਵਿੱਚ ਇੰਨਾ ਹੀ ਪ੍ਰਦੂਸ਼ਣ ਫੈਲਾਇਆ ਹੋਇਆ ਕਿ ਜੀਣਾ ਦੁੱਭਰ ਕੀਤਾ ਹੋਇਆ ਸਾਡਾ। ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਜਿਹੜੀਆਂ ਮੌਤਾਂ ਹੋਈਆਂ ਅੱਗੇ ਸੇ ਹੱਲ ਹੋਣਾ ਚਾਹੀਦਾ, ਬੱਚਿਆਂ ਦਾ ਬਾਰੇ 'ਚ ਹੋਣਾ ਚਾਹੀਦਾ ਹੱਲ ਹੋਣ। ਕਿਉਂਕਿ ਅਸੀਂ ਤੇ ਜ਼ਿੰਦਗੀ ਕੱਢ ਲਈ ਅੱਗੇ ਬੱਚਿਆਂ ਵਾਸਤੇ ਮੁਸ਼ਕਿਲ ਹੈ। ਦਿਨ ਸੋ ਦਿਨ ਵੱਧਦਾ ਪਿਆ, ਕੰਮ ਘਟਦਾ ਨਹੀਂ ਪਿਆ। ਜਿੱਦਾਂ ਅਸੀਂ ਗੱਲ ਚੁੱਕਨੇ ਇੱਦਾਂ ਦਾ ਵਧਾਉਂਦੇ ਪਏ ਹੈ, ਘਟਾਉਂਦੇ ਨਹੀਂ ਪਏ। ਅੱਖਾਂ 'ਚ ਨਹੀਂ ਬਾਹਰ ਲੱਭ। ਗੱਲ ਇਸ ਤਰ੍ਹਾਂ ਹੈ ਕਿ ਸਾਡਾ ਹਾਲ ਤਾਂ ਹੁਣ ਉਹ ਹੀ ਹੈ ਕਿ ਇੱਦਾਂ ਹੀ ਅੰਗਰੇਜ਼ਾਂ ਨੂੰ ਬੜੀ ਗਾਲ ਕੱਢੀ ਹੈ ਹਿਸਟਰੀ ਦੇ ਵਿੱਚ ਵੀ ਉਹਨਾਂ ਸਾਡੇ ਨਾਲ ਬੜਾ ਮਾੜਾ ਕੀਤਾ। ਮੁਸਲਮਾਨਾਂ ਨੇ ਵੀ 600 ਸਾਲ ਰਾਜ ਕੀਤਾ, ਸਾਡਾ ਬੜਾ ਨੁਕਸਾਨ ਹੋਇਆ ਸਮਾਜ ਦਾ।
ਪਰ ਜਿਹੜਾ ਅੱਜ ਦਾ ਜਿਹੜਾ ਰਾਜ ਪਾਠ ਹੈ, ਲੋਕਤੰਤਰ ਹੈ, ਮੈਨੂੰ ਲੱਗਦਾ ਇਹਦੇ ਵਿੱਚ ਉਸ ਤੋਂ ਵੀ ਮਾੜਾ ਬੁਰਾ ਹਾਲ ਹੈ ਕਿ ਅਸੀਂ ਲੋਕਾਂ ਨੇ ਆਪਣੀ 413 ਕਿੱਲੇ ਜ਼ਮੀਨ ਵੀ ਸਰਕਾਰ ਨੇ ਸਾਡੇ ਕੋਲੋਂ ਖੋਹ ਲਈ, ਪੈਸੇ ਅਜੇ ਤੱਕ ਲੋਕਾਂ ਨੂੰ ਨਹੀਂ ਮਿਲੇ। ਖੋਹ ਲਈ ਤਾਂ ਬੋਲਿਆ ਮੈਂ, ਖੋਹ ਲਈ ਆ ਤੇ ਖੋਹ ਕੇ ਤੇ ਫੈਕਟਰੀਆਂ ਉਹ ਲਾਈਆਂ ਨੇ ਜਿਹੜੀਆਂ ਐਫੀਡੈਵਿਟ ਸਰਕਾਰ ਨੇ ਦਿੱਤਾ ਕਿ ਅਸੀਂ ਪੰਜਾਬ ਸਮਾਲ ਸਕੇਲ ਇੰਡਸਟਰੀ ਸੈਂਟਰ ਲਾਵਾਂਗੇ ਇੱਥੇ ਤੇ ਨੋਨ ਪੋਲਿਊਟਿੰਗ ਯੂਨਿਟ ਲਾਵਾਂਗੇ। ਮੇਰੇ ਕੋਲ ਆਰਟੀਆਈ ਪਈ ਹੈ, ਉਹਦੇ 'ਚ ਲਿਖਿਆ ਹੈ ਇੰਡਸਟਰੀ ਡਿਪਾਰਟਮੈਂਟ ਜਿਹੜਾ ਉਹ ਕਹਿੰਦਾ ਕਿ ਅਸੀਂ ਤੇ ਨੋਨ ਪੋਲਿਊਟਿੰਗ ਯੂਨਿਟ ਲਾਵਾਂਗੇ ਤੇ ਸਮਾਲ ਲਾਵਾਂਗੇ। ਇਹਨਾਂ ਨੇ ਸਾਡੇ ਕੋਲੋਂ ਜ਼ਮੀਨ ਖੋਹ ਲਈ, ਪੈਸੇ ਅਜੇ ਤੱਕ ਨਹੀਂ ਦਿੱਤੇ। ਪਲੱਸ ਜਿਹੜੀਆਂ ਜ਼ਮੀਨਾਂ ਇਹਨਾਂ ਇੰਡਸਟਰੀਲਿਸਟਾਂ ਨੂੰ ਦਿੱਤੀਆਂ ਨੇ, ਇੰਨਾ ਕੁ ਉਹਨਾਂ 'ਤੇ ਲੋਨ ਦੇ ਕੇ ਉਹਨਾਂ ਕੋਲ ਨਾ ਤੇ ਲੋਨ ਵਾਪਸੀ ਹੋ ਰਹੀ ਹੈ, ਨਾ ਹੀ ਕੁਛ। ਉਲਟਾ ਸਾਡੇ ਸਿਰ ਦੇ ਉੱਤੇ ਜਿਹੜੇ 22 ਪਿੰਡ ਨਾ ਸੀ ਜਿਨ੍ਹਾਂ ਦੀ ਜ਼ਮੀਨ ਖੋਤੀ ਗਈ, ਉਹਨਾਂ ਦੇ ਸਿਰਾਂ 'ਚ ਹੁਣ ਸਵਾਹ ਵੀ ਸੁੱਟੀ ਜਾ ਰਹੇ ਆ ਔਰ ਬਦਬੂਦਾਰ ਪਾਣੀ, ਮੱਖੀ ਅਜੇ ਤੱਕ ਵੀ ਹੈ। ਮਤਲਬ ਦੇਖੋ ਹੁਣ 2 ਡਿਗਰੀ ਟੈਂਪਰੇਚਰ ਹੈ, ਮੱਖੀ ਨਹੀਂ ਜਾ ਰਹੀ। ਤਾਂ ਇਸ ਤੋਂ ਮਾੜਾ ਕੀ ਹੋ ਸਕਦਾ ਵੀ ਅਸੀਂ 22 ਪਿੰਡਾਂ ਦੇ ਲੋਕ ਹੁਣ ਇਹ ਸੋਚਣ 'ਤੇ ਮਜਬੂਰ ਹਾਂ ਕਿ ਸਾਡੇ ਨਾਲ ਇਸ ਤੋਂ ਵੱਧ ਜ਼ੁਲਮ ਕੀ ਹੋ ਸਕਦਾ ਕਿ ਜ਼ਮੀਨ ਵੀ ਖੋਲੀ ਕਿਸਾਨਾਂ ਕੋਲ ਤੇ ਪੈਸੇ ਵੀ ਨਹੀਂ ਦਿੱਤੇ ਤੇ ਰਾਖ ਸਵਾਹ ਦੇ ਰੂਪ ਜਾਂ ਪ੍ਰਦੂਸ਼ਣ ਦੇ ਰੂਪ ਵਿੱਚ ਸਾਨੂੰ ਜ਼ਹਿਰ ਵੀ ਦਿੱਤਾ ਜਾ ਰਿਹਾ। ਤੇ ਇਹ ਉਹ ਜਿਹੜੇ ਅੰਗਰੇਜ਼ਾਂ ਨੂੰ ਕਹਿ ਦਿੱਤਾ ਜਿੱਦਾਂ ਮੈਂ ਕਿ ਉਹ ਜ਼ੁਲਮ ਇਹ ਜ਼ੁਲਮ ਹੈ ਜਾਂ ਉਹ ਜ਼ੁਲਮ ਹੈ। ਇਹ ਤੇ ਇਸ ਪੀੜ੍ਹੀ ਦਾ ਤੇ ਇਸ ਤੋਂ ਵੱਡਾ ਜ਼ੁਲਮ ਮੈਂ ਹੋਰ ਕਹਿ ਨਹੀਂ ਸਕਦਾ। ਇਹ ਸਾਡਾ ਬਿਲਕੁਲ ਹੀ ਜਿਹੜਾ ਬਹੁਤ ਹੀ ਸਾਡਾ ਜਿਹੜਾ ਨਾ ਘਾਣ ਹੋ ਰਿਹਾ ਇਸ ਏਰੀਏ ਦਾ। ਸਰ ਪੋਲੂਸ਼ਨ ਡਿਪਾਰਟਮੈਂਟ ਆਉਂਦਾ ਚੈਕਿੰਗ ਕਰਦਾ, ਮੈਂ ਕਹਿ ਸਕਦਾ ਕਿ ਪ੍ਰਦੂਸ਼ਣ ਡਿਪਾਰਟਮੈਂਟ ਜਿਹੜਾ ਕਿ ਉਹ ਸਰਕਾਰ ਦਾ ਅਦਾਰਾ ਹੈ, ਉਹ ਖੁਦ ਹੀ ਉਹਨਾਂ ਨੂੰ ਤੁਹਾਨੂੰ ਸਵਾਲ ਕਰਨਾ ਚਾਹੀਦਾ ਵੀ ਇਹ ਜਿਹੜੇ ਲੋਕ 22 ਪਿੰਡਾਂ ਦੇ ਇਹਨਾਂ ਦੇ ਪਿੰਡਾਂ 'ਚ ਕਦੀ ਤੁਸੀਂ ਗਏ ਹੋ? ਇਹ ਸਵਾਲ ਤੁਹਾਨੂੰ ਉਹਨਾਂ ਚੇਅਰਮੈਨ ਨੂੰ ਪੁੱਛਣਾ ਚਾਹੀਦਾ ਵੀ ਕਦੀ ਕਿਸੇ ਨੂੰ ਪੁੱਛਿਆ ਤੁਸੀਂ ਜਾ ਕੇ ਉੱਥੇ ਕਿ ਕੀ ਹੋ ਰਿਹਾ ਲੋਕਾਂ ਨਾਲ? ਇਹ ਬਸ ਮੇਰਾ ਇੰਨਾ ਹੀ ਜਵਾਬ। ਸਰਕਾਰ ਕੋਲ ਕੀ ਮੰਗ ਹੈ ਤੁਹਾਡੀ? ਸਰਕਾਰ ਕੋਲੋਂ ਮੰਗ ਮੇਰੀ ਕੋਈ ਨਹੀਂ, ਇਹਦਾ ਇੱਕੋ ਹੀ ਜਵਾਬ ਹੈ ਮੇਰੇ ਕੋਲ ਕਿ ਸਰਕਾਰ ਤਾਂ ਲੋਕਾਂ ਦਾ ਜਿਹੜਾ ਉਹ ਨੁਕਸਾਨ ਕਰ ਰਹੀ ਹੈ, ਲੋਕਾਂ ਦਾ ਕੋਈ ਭਲਾ ਨਹੀਂ ਕਰ ਰਹੀ। ਇਹਦੇ ਨਾਲ ਚੰਗਾ ਹੀ ਖਿੱਲੀ ਰਹਿੰਦੀ, ਲੋਕੀ ਆਪਣੇ ਤਿਲ ਮਾਂ ਬੀਜਦੇ ਸੀ, ਆਪਣਾ ਵਧੀਆ ਗੁਜ਼ਾਰਾ ਕਰਦੇ, ਕਮ ਸੇ ਕਮ ਸਾਹ ਤੇ ਸਾਫ਼ ਲੈਂਦੇ ਸੀ, ਹੈ ਨਾ। ਜਦੋਂ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ, ਇੱਥੇ ਲੋਕ ਘੱਟ ਉਮਰ 'ਚ ਹੀ ਮਰ ਰਹੇ ਆ, ਹੈ ਨਾ। ਪਤਾ ਕਰ ਲਓ ਪਿੰਡ 'ਚ 4-5 ਮੌਤਾਂ ਸਾਡੇ ਮਤਲਬ ਕੈਂਸਰ ਨਾਲ ਕਦੀ ਦੇਖਿਆ ਨਹੀਂ ਅਸੀਂ, ਕਦੀਆਂ ਹੋਈ। ਮੇਰੀ 45 ਈਅਰ ਏਜ ਹੋ ਗਈ, ਪਰ ਹੁਣੇ ਕਿਉਂ ਸ਼ੁਰੂ ਹੋਇਆ ਇਹ ਸਿਲਸਿਲਾ ਮਰਨ ਦਾ? ਉਹ ਸਭ ਡਿਊ ਟੂ ਪ੍ਰਦੂਸ਼ਣ ਹੈ ਔਰ ਇਹ ਸਾਨੂੰ ਗਿਫਟ ਦੇ ਵਿੱਚ ਦਿੱਤਾ ਜਾ ਰਿਹਾ। ਜ਼ਮੀਨਾਂ ਖੋਹ ਕੇ ਸਾਡੀਆਂ, ਇਹ ਨੈਗੇਟਿਵ ਤਰੱਕੀ ਮੈਂ ਕਹਾਂਗਾ, ਇਹ ਨੈਗੇਟਿਵ ਤਰੱਕੀ ਹੈ। ਬਾਕੀ ਸਰਕਾਰ ਨੂੰ ਮੁਬਾਰਕ ਹੈ, ਨੈਗੇਟਿਵ ਤਰੱਕੀ ਕਰਨੀ ਕਰੋ समाज की कर सकते हो, सरकार है। धन्यवाद। जो पॉइंट इंडस्ट्री है उसकी वजह से लोगों के घरों में राख पड़ रही है। के जो गाँव है उनका एलिगेशन है कि लोगों के घरों में राख पड़ रही है, वो पॉइंट की इंडस्ट्री के अंदर से पड़ रही है। तो आपका क्या कहना है इसके बारे में? देखो ये हमारे पास जितने भी बॉयलर लगे हुए हैं उनमें सब में पोल्यूशन के यंत्र लगे हुए हैं, चाहे बैक फिल्टर हो, ESP हो, और जितने भी अधिकारी लोग या जितने भी बार हमारा निरीक्षण हुआ है, यहाँ पे लोग इंस्पेक्शन करने आते हैं। हर 15 दिन में हमारे यहाँ ऑनलाइन मॉनिटरिंग के इंस्पेक्शन होते हैं। आप भी यहाँ पे अंदर आए होंगे, आपने भी जितने भी स्टैक चिमनियाँ देखी होंगी वो बिल्कुल साफ़ हैं। इस इंडस्ट्रियल बेल्ट में सिर्फ हमारा ही बॉयलर नहीं है, उस जो राख भी अगर जाती है, पहली बात तो हमारे यहाँ से कुछ नहीं जा रहा है, उस पर लिखा हुआ नहीं है कि उस राख पे की पायनियर इंडस्ट्री की है, पेपर मिल की है, कि पेप्सी की है, कि और की है। ये एक ट्रेंड सा बन गया है कि जो कुछ भी हो ये पायनियर इंडस्ट्री करती है। पायनियर इंडस्ट्री इस टाइम गवर्नमेंट के इथेनॉल प्रोजेक्ट के लिए अपना 1,25,000 लीटर रोज़ पेट्रोल बना के देती है। पहले शराब फैक्ट्री, अब वो चीज़ें भी लोगों को ये भी नहीं पता कि हम जो प्रकृति को सुधारने के लिए जो इथेनॉल देते हैं, जो पेट्रोल में मिलता है, वो यहाँ से 1,25,000 लीटर रोज़ बच जाता है। दूसरा, इस क्षेत्र में जितनी भी पराली है या जितने भी गन्ने का बचा हुआ अवशेष है जो कि लोग फील्ड में जला देते हैं, हमने पहली इंडस्ट्री है जिसने उस पे बॉयलर लगाया है ताकि वो अपने खेतों में न जलाएं, हमको दे दें और उनके आय में वृद्धि भी होगी आसपास के गांव के लोगों की। तो हमारा तो ये ओपन, अच्छा हम 24 घंटे खुले हुए हैं। अब राजनीतिक माहौल, राजनीतिक किसी की हमको से कोई दुश्मनी है तो हम उसके बारे में कुछ नहीं कह सकते हैं। 24 घंटे मेरी फैक्ट्री खुली हुई है, चाहे वो अधिकारी हो, चाहे आम नागरिक हो, आसपास के लोग हों, आके देख लें कि भाई कहाँ पायनियर इंडस्ट्री कुछ कर रही है। हम हमेशा खुले हुए हैं और हमेशा अगर हमारे साथ में कुछ हो भी रहा है तो हमें मालूम पड़ना चाहिए कि हाँ हमसे ये गलती हो रही है, हम उसे सुधारने के लिए भी तैयार हैं। हमारे यहाँ हर महीने निरीक्षण होते हैं। इतनी बड़ी इंडस्ट्री है, कई करोड़ों की फैक्ट्री है, हम ये छोटी छोटी चीज़ों को लगा के अपना इतना पैसा क्यों बंद करेंगे, क्यों ख़राब करेंगे? तो ये सब जो भी है वो राजनीति के से प्रतिपूर्ण वो है, उसके पीछे कोई और स्वार्थी कारण भी हो सकते हैं। मुझे उसके बारे में कुछ नहीं बोलना। ठीक है।
अरे भरत, घर तो नया बना लिया, लेकिन कुछ समझ नहीं आ रहा इंटीरियर और फर्नीचर कहाँ से ले। अरे टेंशन किस बात की ले रही हो? एबी कॉलेज के पास खुल तो गया है सिया इंटीरियर, चल वहाँ चलते हैं। सिया इंटीरियो में आपको मिलेगा खूबसूरत फर्नीचर फॉर ड्राइंग एंड लिविंग रूम, डेकोरेटिव इंटीरियर एंड डेलिकेट रेंज ऑफ ऑल प्रोडक्ट्स। सिया इंटीरियो, द वन एंड ओनली एक्सक्लूसिव फर्नीचर शोरूम इन पठानकोट। वाह भरत, तुमने तो सच में सही कहा था, सिया इंटीरियो करे सपने साकार। रागी होम डेकोर, give your home, offices, interior and exterior walls, ceiling, furniture and door panel an elegant look. Expert in UV PVC wallpapers, partition jali, wood flooring. आपकी काल्पनिक सोच को उतारे आकार में और आकार संवारे आपके घरों, दफ्तरों और किसी भी प्रकार के व्यावसायिक स्थलों को 100% इको फ्रेंडली, 100% मॉइस्चर प्रूफ, 100% टर्माइट प्रूफ, एक्सीलेंट वेदरबिलिटी, साउंड रिड्यूसिंग, फायर रिटार्डेंट, रिसाइकलेबल एंड लाइटवेट जैसी खूबियों से भरी शीट्स। बेहतर व आधुनिक पसंद के लिए याद रखें रागी होम डेकोर, केयर ऑफ रागी डिस्ट्रीब्यूटर्स एंड प्रमोटर्स, वार्ड नंबर 11 नियर नोबेल्टी मॉल, मामून रोड, पठानकोट। Contact us on 95400 6113.